और तार विचार मुरार रमो राम। मनमोहन नाम जपीने अदृष्ट अगोचर अपरंपर स्वामी। गुरपुरा प्रगट कर दीने राम पारस चंदन। हम काष्ट लोष्ट हर संग हरि सतसंग भय। हर कंचन चंदन कीने नव छे खट बोलह मुख आगर। मेरा हर प्रभ एवं पतीने जन नानक हर हृदय सद ध्यावो। यो हर प्रभ मेरा पीने। हम अवगुण भरे एक गुण नाही। अमृत छाड़ बिख बिख माया मोह परम पै भूले। सुत दारा स्यों प्रीत एक उत्तम पंथ सुन्यो गुर संगत। तेह मिलंत जम त्रास एक अरदास पाठ कीरत की। गुर रामदास सकहो टल गुर सेविया। अहनस सहज दर्शन परसय गुरु का। जन्म मरण दुख जाए होवै सिफत खसंबंधी। नूर अर सह कुर सह छटिया। तुद डिठे सच्चे पातशाह। माल जन्म जन्म दी कटिया। सज्जन सच्चा पातशाह। सिर सहादे साहो जिस पास बैठया सोहिया। सबना दावे साहो। सतनाम श्री वाहिगुरु साहिब जी। सोरठ महला पंजवा। घर दूजा अष्टपदिया। इक ओंकार सतगुर प्रसाद। पाठ पढ़ियो अर वेद विचार्यो। नेवल पोअंगम साधे। पंच जना स्यो संग ना छुटक्यो। आदक अहं बोध बाधे। पाठ पढ़ियो अर वेद विचार्यो। नेवल पोअंगम साधे। पंच जना स्यो संग ना छुटक्यो। आदक अहं बोध बाते। प्यारे इन विद मिलन न जाई। मैं किए कर्म अनेका। हार पर्यो स्वामी कै द्वारा। दीजै बुद्ध विवेका। रहाऊ मोन पयो कर पाती रह्यो। नगन फिर्यो बान माही।
ਤਟ ਤੀਰਥ ਸਭ ਧਰਤੀ ਭ੍ਰਮਿਓ, ਦੁਬਦਾ ਛੁਟਕੈ ਨਾਹੀ। ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵਤ ਤਰਾਏ। ਮਨ ਕੀ ਮੈਲ ਨਾ ਉਤਰੈ ਇਹ ਬਿਦ, ਜੇ ਲੱਖ ਜਤਨ ਕਰਾਏ। ਕਨਕ ਕਾਮਨੀ ਹੈਵਰ ਗੈਵਰ, ਬਹੁ ਬਿਦ ਦਾਨ ਦਾਤਾਰਾ। ਅੰਨ ਵਸਤਰ ਭੂਮ ਬਹੁ ਅਰਪੇ, ਨਹ ਮਿਲਿਐ ਹਰ ਦੁਆਰਾ। ਪੂਜਾ ਅਰਚਾ ਬੰਦਨ ਡੰਡੌਤ, ਖਟ ਕਰਮਾ ਰਤ ਰਹਤਾ। ਹਉ ਹਉ ਕਰਤ ਬੰਧਨ ਮਹਿ ਪਰਿਆ, ਨਹ ਮਿਲਿਐ ਇਹ ਜੁਗਤਾ। ਜੋਗ ਸਿੱਧ ਆਸਨ 84, ਏ ਭੀ ਕਰ ਕਰ ਰਹਿਆ। ਵੱਡੀ ਆਰਜਾ ਫਿਰ ਫਿਰ ਜਨਮੈ, ਹਰ ਸਿਓ ਸੰਗ ਨਾ ਗਹਿਆ। ਰਾਜ ਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮ ਅਫਾਰਾ। ਸੇਜ ਸੋਹਣੀ ਚੰਦਨ ਚੋਆ, ਨਰਕ ਕੋਰ ਕਾ ਦੁਆਰਾ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰ ਮਨ ਕੈ ਕਰਮਾ। ਕਹੋ ਨਾਨਕ ਤਿਸ ਭਇਓ ਪਰਾਪਤ, ਜਿਸ ਪੁਰਬ ਲਿਖੇ ਕਾ ਲਹਿਨਾ। ਤੇਰੋ ਸੇਵਕ ਇਹ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁਖ ਭੰਜਨਾ। ਹਰ ਹਰ ਕੀਰਤਨ ਇਹੋ ਮਨ ਰਾਤਾ। ਰਹਾਉ ਦੂਜਾ ਤੇਰੋ ਸੇਵਕ ਇਹ ਰੰਗ ਮਾਤਾ। ਭਇਓ ਕਿਰਪਾਲ ਦੀਨ ਦੁਖ ਭੰਜਨਾ। ਹਰ ਹਰ ਕੀਰਤਨ ਇਹੋ ਮਨ ਰਾਤਾ। ਰਹਾਉ ਦੂਜਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਗੁਰੂ का खास रूप गुरु खालसा साध संगत जीओ। ਵੱਡਿਆਂ ਭਾਗਾਂ ਵਾਲੇ ਹੋ ਅੰਮ੍ਰਿਤ ਵੇਲੇ ਤੋਂ ਨੌਵੇਂ ਪਾਤਸ਼ਾਹ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਅੰਦਰ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦਾ ਕੁਝ ਕੀਮਤੀ ਸਮਾਂ ਗੁਰੂ ਲੇਖੇ ਲਾ ਕੇ ਸਫਲਾ ਕਰ ਰਹੇ।
ਪ੍ਰਯੋਜਨ ਜਾਣਨ ਦਾ ਯਤਨ ਕਰ ਰਹੇ ਹੋ ਕਿ ਮਨੁੱਖੀ ਜੀਵਨ ਦਾ ਪ੍ਰਯੋਜਨ ਕੀ ਹੈ। ਪ੍ਰਯੋਜਨ ਦੀ ਸਮਝ ਆ ਜਾਏ ਤਾਂ ਫਿਰ ਉਸ ਪ੍ਰਯੋਜਨ ਨੂੰ ਪ੍ਰਾਪਤ ਕਰਨ ਵਾਸਤੇ ਮਨੁੱਖ ਯਤਨਸ਼ੀਲ ਹੁੰਦਾ ਹੈ। ਪ੍ਰਯੋਜਨ ਜਾਣੇ ਬਿਨਾ ਮਨੁੱਖ ਦੀ ਜ਼ਿੰਦਗੀ ਇੱਕ ਐਸੀ ਜ਼ਿੰਦਗੀ ਹੈ ਕਿ ਸਫ਼ਰ ਕਰ ਰਿਹਾ ਪਰ ਕਿਸੇ ਟਿਕਾਣੇ ਤੇ ਨਹੀਂ ਪਹੁੰਚ ਰਿਹਾ। ਗੁਰਬਾਣੀ ਸਾਨੂੰ ਸਾਡਾ ਲਕਸ਼ ਦੱਸਦੀ ਹੈ, ਪ੍ਰਯੋਜਨ ਦੱਸਦੀ ਹੈ। ਫਿਰ ਉਸ ਪ੍ਰਯੋਜਨ ਤੱਕ ਜਾਣ ਦਾ ਰਾਹ ਦੱਸਦੀ ਹੈ। ਫਿਰ ਉਸ ਪ੍ਰਯੋਜਨ ਨੂੰ ਪ੍ਰਾਪਤ ਕਰਨ ਵਾਸਤੇ ਤਰੀਕਾ ਦੱਸਦੀ ਹੈ। ਤੋ ਅਸੀਂ ਆਪਣੇ ਮਨੁੱਖੀ ਜੀਵਨ ਦੇ ਪ੍ਰਯੋਜਨ ਨੂੰ ਸਮਝਣ ਲਈ ਨਿਤਾ ਪ੍ਰਤੀ ਸਤਿਗੁਰਾਂ ਦੀ ਅੰਮ੍ਰਿਤਮਈ ਗੁਰਬਾਣੀ ਨੂੰ ਪੜ੍ਹਦੇ ਸੁਣਦੇ ਤੇ ਵਿਚਾਰਦੇ ਹਾਂ। ਅੱਜ ਅੰਮ੍ਰਿਤ ਵੇਲੇ ਜੋ ਪਾਵਨ ਪਵਿੱਤਰ ਸ੍ਰੀ ਮੁਖਵਾਕ ਰਾਗ ਸੋਰਠ ਦੀਆਂ ਅਸ਼ਟਪਦੀਆਂ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤੀਆਂ ਹਨ, ਨਿਰੰਕਾਰ ਦੇ ਨਾਮ ਤੋਂ ਬਿਨਾਂ ਬਾਕੀ ਜਿਤਨੇ ਕਰਮ ਕਾਂਡ ਨੇ ਉਹ ਫੋਕੇ ਨੇ। ਸਤਿਗੁਰੂ ਜੀ ਇਹ ਦਰਸਾ ਰਹੇ ਨੇ ਕਿ ਪਾਰ ਬ੍ਰਹਮ ਪਰਮੇਸ਼ਰ ਦਾ ਨਾਮ ਸਰਬ ਸ਼੍ਰੋਮਣੀ ਤੇ ਸਰਵੋਤਮ ਹੈ। ਜਾਪ ਤਾਪ ਜਿਤਨੇ ਵੀ ਕਰਮ ਕਾਂਡ ਹਨ ਉਹਨਾਂ ਸਾਰਿਆਂ ਤੋਂ ਸ੍ਰੇਸ਼ਟ, ਸਾਰਿਆਂ ਤੋਂ ਸਰਵੋਤਮ ਹਰੀ ਪਰਮੇਸ਼ਰ ਦਾ ਨਾਮ ਹੈ। ਆਓ ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਬਿਰਤੀਆਂ ਗੁਰੂ ਪਾਤਸ਼ਾਹ ਦੇ ਚਰਨ ਕਮਲਾਂ ਨਾਲ ਜੋੜੀਏ। ਇਕਾਗਰਤਾ ਬਣਾਉਣ ਨਿਮਿਤ ਆਪਣੀ ਰਸਨਾ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਘਰ ਦੂਜਾ ਅਸ਼ਟਪਦੀਆ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਸੋਰਠ ਹੈ ਔਰ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਇਹ ਪਾਵਨ ਸ਼ਬਦ ਅਸ਼ਟਪਦੀਆਂ ਹਨ। ਘਰ ਦੂਜੇ ਵਿੱਚ ਇਸ ਪਾਵਨ ਅਸ਼ਟਪਦੀਆਂ ਨੂੰ ਗਾਇਨ ਕਰਨ ਦਾ ਹੁਕਮ ਹੈ। ਮੰਗਲਾਚਰਨ ਕਰਦੇ ਨੇ ਵਾਹਿਗੁਰੂ ਇੱਕ ਅਦੁੱਤੀ ਹੈ। ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ ਹੈ, ਸਰਬ ਦੀ ਰੱਖਿਆ ਕਰਨ ਵਾਲਾ ਹੈ, ਤਿੰਨਾਂ ਕਾਲਾਂ ਵਿੱਚ ਸਤ ਹੈ, ਗੁਰ ਚੇਤਨ ਹੈ, ਪ੍ਰਸਾਦ ਆਨੰਦ ਸਵਰੂਪ ਹੈ। ਇਹ ਮੰਗਲ ਕਰਕੇ ਮਹਾਰਾਜ ਜੀ ਸ਼ਬਦ ਦੀ ਪ੍ਰਾਰੰਭਤਾ ਕਰਦੇ ਹਨ। ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਪੁਅੰਗਮ ਸਾਧੇ। ਬਹੁਤ ਸਾਰੇ ਵੇਦਾਂ ਦਾ ਪਠਨ ਪਾਠਨ ਕਰਨਾ, ਸ਼ਾਸਤਰਾਂ ਦਾ ਪਠਨ ਪਾਠਨ ਕਰਨਾ ਕੇਵਲ ਪੜ੍ਹਨੇ ਮਾਤਰ ਨਾਲ ਮੁਕਤੀ ਨਹੀਂ ਨਾ ਹੁੰਦੀ। ਜੇ ਕੋਈ ਕਹੇ ਕਿ ਕੇਵਲ ਪੜ੍ਹ ਕੇ ਮੁਕਤ ਹੋ ਜਾਵਾਂਗੇ ਤਾਂ ਕੇਵਲ ਪੜ੍ਹਨੇ ਨਾਲ ਤਾਂ ਗੱਲ ਨਹੀਂ ਬਣਨੀ। ਕੋਈ ਨਿਯਮ ਹੁੰਦਾ ਸਮਾਜ ਵਿੱਚ ਬਣਾਇਆ ਹੋਇਆ, ਉਸ ਨਿਯਮ ਨੂੰ ਲਿਖ ਕੇ ਸਾਹਮਣੇ ਲਾਇਆ ਹੁੰਦਾ ਵੀ ਇਹ ਇੱਥੋਂ ਦਾ ਨਿਯਮ ਹੈ। ਕੇਵਲ ਪੜ੍ਹ ਲਈਏ ਉਸ ਨਿਯਮ ਨੂੰ ਤਾਂ ਕੇਵਲ ਪੜ੍ਹਨ ਦੇ ਨਾਲ ਤਾਂ ਨਹੀਂ ਨਾ ਗੱਲ ਬਣਦੀ। ਜਦੋਂ ਤੱਕ ਉਸ ਨਿਯਮ ਨੂੰ ਅਸੀਂ ਪਾਲਦੇ ਨਹੀਂ, ਉਸ ਨਿਯਮ ਦੇ ਅਨੁਸਾਰ ਚੱਲਦੇ ਨਹੀਂ, ਫਿਰ ਉਹ ਨਿਯਮ ਦਾ ਕੋਈ ਮਾਇਨਾ ਨਹੀਂ ਜੇ ਕੇਵਲ ਪੜ੍ਹ ਲਿਆ। तो जितने धर्म ग्रंथ ने, जितने शास्त्र ने, वेद ने, सिमरतियां ने, पुराण ने,
ਕੇਵਲ ਪੜ੍ਹਨੇ ਮਾਤਰ ਨਾਲ ਤਾਂ ਮੁਕਤੀ ਨਹੀਂ ਨਾ ਹੋਣੀ। ਜੇ ਉਹਦੇ ਅਨੁਸਾਰ ਚੱਲਦਾ ਨਹੀਂ, ਉਹਦੇ ਮੁਤਾਬਕ ਆਪਣਾ ਜੀਵਨ ਨਹੀਂ ਬਣਾਉਂਦਾ, ਤਾਂ ਪੜ੍ਹ ਕੇ ਫਿਰ ਕੀ ਹੋਇਆ? ਫਿਰ ਹੰਕਾਰ ਹੀ ਹੋਇਆ ਨਾ, ਵੀ ਮੈਂ ਇੰਨੇ ਵੇਦ ਪੜ੍ਹ ਲਏ ਨੇ, ਮੈਂ ਇੰਨੇ ਸ਼ਾਸਤਰ ਪੜ੍ਹ ਲਏ ਨੇ, ਮੈਂ ਇੰਨੀ ਪੜ੍ਹਾਈ ਕਰ ਲਈ। ਅਕਸਰ ਜਦੋਂ ਕੋਈ ਬੰਦਾ ਕੁਝ ਪੜ੍ਹ ਲਿਖ ਜਾਂਦਾ ਹੈ, ਚਾਹੇ ਉਹ ਦੁਨਿਆਵੀ ਪੜ੍ਹਾਈ ਹੋਵੇ ਤੇ ਚਾਹੇ ਉਹ ਧਾਰਮਿਕ ਪੜ੍ਹਾਈ ਹੋਵੇ, ਧਰਮ ਗ੍ਰੰਥਾਂ ਦੀ ਪੜ੍ਹਾਈ ਹੋਵੇ, ਸਮਾਜ ਦੇ ਸ਼ਾਸਤਰ ਦੀ ਪੜ੍ਹਾਈ ਹੋਵੇ, ਕੋਈ ਕਵਿਤਾ ਦੀ ਜਾਂ ਛੰਦ ਸ਼ਾਸਤਰ ਦੀ ਪੜ੍ਹਾਈ ਹੋਵੇ, ਜੇ ਕੋਈ ਪੜ੍ਹ ਜਾਂਦਾ ਹੈ, ਕਿਸੇ ਕੋਲ ਪੜ੍ਹਾਈ ਦਾ ਕੋਈ ਹੁਨਰ ਹੁੰਦਾ ਹੈ, ਤਕਰੀਬਨ ਪੜ੍ਹਨ ਤੋਂ ਬਾਅਦ ਹਿਰਦੇ 'ਚ ਹੰਕਾਰ ਆ ਜਾਂਦਾ, ਹਉਮੈ ਆ ਜਾਂਦੀ। ਤਕਰੀਬਨ ਕੋਈ 100 ਵਿੱਚੋਂ ਇੱਕ ਅੱਧਾ ਬਚੇ ਤਾਂ ਬਚੇ, ਨਹੀਂ ਤਾਂ ਬੰਦੇ ਨੂੰ ਆਪਣੇ ਪੜ੍ਹਾਈ ਦੇ ਪੜ੍ਹੇ ਹੋਣ ਦਾ ਹੀ ਬੜਾ ਮਾਣ ਹੁੰਦਾ, ਗਰੂਰ ਹੁੰਦਾ, ਮੈਂ ਪੜ੍ਹ ਗਿਆ। ਔਰ ਇੱਦਾਂ ਦੇ ਜਿਹੜੇ ਪੜ੍ਹੇ ਲਿਖੇ ਪੰਡਤ ਸਨ, ਜਿਨ੍ਹਾਂ ਨੇ ਪੜ੍ਹ ਕੇ ਲੋਕਾਂ ਲਈ ਰਸਤੇ ਬਣਾਉਣੇ ਸਨ, ਪੈੜਾਂ ਬਣਾਉਣੀਆਂ ਸਨ, ਵੀ ਉਹਨਾਂ ਰਾਹਾਂ ਤੇ ਲੋਕ ਚੱਲ ਸਕਣ, ਉਹਨਾਂ ਨੇ ਉਹ ਪੈੜਾਂ ਬਣਾਉਣ ਦੀ ਬਜਾਏ ਆਪਸ ਦੇ ਵਿੱਚ ਲੜ ਕੇ, ਵਿਵਾਦ ਕਰਕੇ, ਝਗੜਾ ਕਰਕੇ ਆਪਣੀ ਵਿੱਦਿਆ ਦਾ, ਆਪਣੀ ਪੜ੍ਹਾਈ ਦਾ ਜਲੂਸ ਕੱਢਿਆ। ਗੁਰਦੇਵ ਨੂੰ ਲਿਖਣਾ ਪਿਆ ਫਿਰ ਗੁਰਬਾਣੀ 'ਚ, ਪੰਡਤ ਪੜ੍ਹ ਪੜ੍ਹ ਵੇਦ ਵਖਾਣ ਹੈ, ਪੰਡਤ ਪੜ੍ਹ ਪੜ੍ਹ ਵਾਦ ਵਖਾਣ ਹੈ। ਪੜ੍ਹ ਪੜ੍ਹ ਕੇ ਮੁੜ ਕੇ ਵਾਦ ਕਰਦੇ, ਝਗੜਾ ਕਰਦੇ, ਝਗੜਾ ਨਿਬੇੜਨ ਦੀ ਬਜਾਏ ਝਗੜਾ ਕਰਦੇ ਨੇ। ਫਿਰ ਇਹੋ ਜੀ ਪੜ੍ਹਾਈ ਦਾ ਤਾਂ ਕੋਈ ਮਾਇਨਾ ਨਹੀਂ। ਉੱਥੇ ਉਹੋ ਜੀ ਪੜ੍ਹਾਈ ਬਾਰੇ ਇੱਥੇ ਸਤਿਗੁਰੂ ਜੀ ਕਹਿ ਰਹੇ ਨੇ ਵੀ ਕਿਸੇ ਨੇ ਧਰਮ ਗ੍ਰੰਥਾਂ ਦਾ ਪਾਠ ਪੜ੍ਹ ਲਿਆ, ਅਰ ਵੇਦ ਵਿਚਾਰਿਓ, ਔਰ ਵੇਦਾਂ ਦੀ ਵਿਚਾਰ ਕੀਤੀ, ਵੇਦ ਵੀ ਚੰਗੀ ਤਰ੍ਹਾਂ ਘੋਖੇ, ਵੇਦਾਂ ਨੂੰ ਚੰਗੀ ਤਰ੍ਹਾਂ ਵਿਚਾਰਿਆ। ਵੇਦਾਂ ਵਿੱਚ ਬੜੀਆਂ ਸ਼ਰੂਤੀਆਂ ਗਿਆਨ ਦੇ ਨਾਲ ਸੰਪੰਨ ਨੇ, ਵੇਦਾਂ ਵਿੱਚ ਬਹੁਤ ਸਾਰੇ ਕਰਮ ਕਾਂਡਾਂ ਦਾ ਨਿਰਣਾ ਹੈ, ਕਰਮ ਕਾਂਡ, ਗਿਆਨ ਕਾਂਡ, ਉਪਾਸਨਾ ਕਾਂਡ, ਏਦਾਂ ਵੇਦਾਂ ਵਿੱਚ ਉਹਨਾਂ ਦੇ ਸ਼ਲੋਕ ਨੇ, ਸ਼ਰੂਤੀਆਂ ਨੇ। ਆਪਾਂ ਸ਼ਲੋਕ ਕਹਿ ਦਿੰਦੇ ਹਾਂ, ਉਹ ਸ਼ਰੂਤੀ ਕਹਿੰਦੇ। ਹੁਣ ਕੋਈ ਵੇਦ ਵਿਚਾਰ ਲਵੇ, ਪਰ ਕੱਲਾ ਵਿਚਾਰਨ ਦੇ ਨਾਲ ਤਾਂ ਗੱਲ ਨਹੀਂ ਨਾ ਬਣਨੀ, ਜੇ ਵਿਚਾਰ ਮੁਤਾਬਕ ਚੱਲਦਾ ਹੀ ਨਹੀਂ ਹੈ। ਆਪਾਂ ਹੁਣ ਗੁਰਬਾਣੀ ਵਿਚਾਰ ਲੈਂਦੇ ਹਾਂ, ਸਵੇਰੇ ਸ਼ਬਦ ਵਿਚਾਰ ਲਿਆ, ਵਿਚਾਰਨ ਤੋਂ ਬਾਅਦ ਇਸ ਸ਼ਬਦ ਦੇ ਅਨੁਸਾਰ ਚੱਲੀਏ ਨਾ, ਫਿਰ ਤਾਂ ਗੱਲ ਨਹੀਂ ਨਾ ਬਣਨੀ। ਵਿਚਾਰਨ ਦਾ ਮਤਲਬ ਇਹੀ ਹੈ ਵੀ ਵਿਚਾਰ ਮੁਤਾਬਕ ਆਪਣਾ ਆਚਾਰ ਬਣਾਉਣਾ, ਆਚਰਣ ਬਣਾਉਣਾ, ਉਹਦੇ ਮੁਤਾਬਕ ਆਪਣੀ ਦਿਨਚਰਿਆ ਬਤੀਤ ਕਰਨੀ, ਤਦੇ ਵਿਚਾਰ ਕੀਤੀ ਹੋਈ ਸਫਲ ਹੀ ਹੋਵੇਗੀ। ਉਹ ਕਹਿੰਦੇ ਕੱਲੇ ਵੇਦ ਵਿਚਾਰ ਲਏ, ਉਸ ਤੋਂ ਬਾਅਦ ਫਿਰ ਨਿਉਲੀ ਕਰਮ ਕੀਤੇ। ਨਿਵਲ ਨਿਉਲੀ ਕਰਮ ਅਕਸਰ ਯੋਗੀ ਲੋਕ ਕਰਦੇ, ਅੱਜ ਕੱਲ ਦੀ ਭਾਸ਼ਾ ਵਿੱਚ ਇਹਨੂੰ ਨੇਚਰੋਪੈਥੀ ਕਹਿੰਦੇ ਆ। ਨੇਤੀ ਧੋਤੀ ਦੇ ਕਰਮ, ਨੇਤੀ ਧੋਤੀ ਨਾਸਕਾ ਰਾਹੀਂ ਪਾਣੀ ਅੰਦਰ ਖਿੱਚਣਾ, ਗੋਦਾ ਰਾਹੀਂ ਪਾਣੀ ਨੂੰ ਅੰਦਰ ਖਿੱਚ ਕੇ, ਜਿਹਨੂੰ ਅੱਜ ਕੱਲ੍ਹ ਅਨੀਮਾ ਵਗੈਰਾ ਕਹਿ ਦਿੰਦੇ ਹਨ। ਫਿਰ ਨਾਸਕਾ ਦੇ ਵਿੱਚ ਰੇਸ਼ਮ ਦਾ ਧਾਗਾ, ਉਹਨੂੰ ਥੋੜਾ ਮਿੱਠਾ ਲਾ ਕੇ ਇੱਕ ਨੱਕ ਚੋਂ ਪਾ ਕੇ ਨੱਕ ਦੀ ਦੂਸਰੀ ਨਲੀ ਦੇ ਵਿੱਚੋਂ ਬਾਹਰ ਕੱਢ ਕੇ ਉਸ ਦੀ ਸਫਾਈ ਕਰਨੀ, ਇਹਨੂੰ ਨਿਉਲੀ ਕਰਮ ਕਹਿੰਦੇ। ਯੋਗੀ ਲੋਕ ਯੋਗ ਸਾਧਨਾ ਕਰਨ ਤੋਂ ਪਹਿਲਾਂ ਆਪਣੇ ਅੰਗਾਂ ਦੀ ਸੁਧਾਈ ਕਰਦੇ ਸੀ, ਆਪਣੇ ਅੰਗਾਂ ਨੂੰ ਸਵੱਛ ਕਰਦੇ ਸੀ।
ਬਹੁਤੇ ਉਹ ਅੰਗਾਂ ਦੀ ਸਵੱਛਤਾ ਵਿੱਚ ਹੀ ਲੱਗੇ ਰਹਿ ਗਏ, ਅੱਗੇ ਚੱਲੇ ਹੀ ਨਹੀਂ। ਯੋਗ ਕਰਨ ਲਈ ਅੰਗਾਂ ਦੀ ਸੁਧਾਈ ਕਰਨੀ ਸੀ, ਯੋਗ ਵਾਲੇ ਪਾਸੇ ਆਏ ਹੀ ਨਹੀਂ, ਉੱਥੇ ਹੀ ਉਲਝ ਕੇ ਰਹਿ ਗਏ। ਉਹਨੂੰ ਕਹਿੰਦੇ ਆ ਨਿਉਲੀ ਕਰਮ। ਉਹਨਾਂ ਨੇ ਉਸੇ ਦਾ ਹੀ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਨਿਉਲੀ ਕਰਮ ਕਰਨੇ ਚਾਹੀਦੇ ਨੇ। ਕਿਸੇ ਪ੍ਰਕਾਰ ਦੀ ਕੋਈ ਰੀਤੀ ਨਾਲ ਜਾਂ ਕਿਸੇ ਪ੍ਰਕਾਰ ਦੇ ਕੋਈ ਕਰਮ ਨਾਲ ਮਨੁੱਖ ਜੁੜਿਆ ਹੁੰਦਾ ਹੈ, ਉਹ ਉੱਥੇ ਹੀ ਆਪਣਾ ਸਾਰਾ ਧਿਆਨ ਕੇਂਦਰਿਤ ਕਰਨ ਤੋਂ ਬਾਅਦ ਸਾਰੇ ਲੋਕਾਂ ਨੂੰ ਇਹੀ ਕਹਿੰਦਾ ਵੀ ਜੋ ਮੈਂ ਕਰ ਰਿਹਾ ਇਹ ਸਹੀ ਹੈ, ਬਸ ਤੁਸੀਂ ਇੱਥੇ ਆ ਜਾਓ। ਤੋ ਬੜੇ ਨੇ ਜਿਹੜੇ ਨਿਉਲੀ ਕਰਮ ਕਰਦਿਆਂ ਕਰਦਿਆਂ ਉੱਥੇ ਹੀ ਉਲਝ ਕੇ ਰਹਿ ਗਏ। ਨਿਵਲ ਦਾ ਮਤਲਬ ਨਿਉਲੀ ਕਰਮ, ਨੇਤੀ ਧੋਤੀ ਦੇ ਕਰਮ। ਫਿਰ ਪਾਤਸ਼ਾਹ ਕਹਿੰਦੇ ਭਯੰਗਮ ਸਾਧੇ, ਭਯੰਗਮਾ ਨਾੜੀ ਦੀ ਸਾਧਨਾ ਕਰਨੀ। ਇਹ ਜਿਹੜੀ ਭਯੰਗਮਾ ਨਾੜੀ ਹੈ ਇਹਨੂੰ ਸਾਧਨਾ ਵੀ ਯੋਗੀ ਲੋਕ ਇਹਦੀ ਸਾਧਨਾ ਵੀ ਕਰਦੇ। ਇਹ ਕਿਵੇਂ ਸਾਧਦੇ ਨੇ? ਸਾਡੀਆਂ 3 ਨਾੜੀਆਂ ਨੇ, ਏੜਾ, ਪਿੰਗਲਾ ਤੇ ਸੁਖਮਨਾ। ਗੁਰਬਾਣੀ ਵਿੱਚ ਮੇਰੇ ਪਾਤਸ਼ਾਹ ਜ਼ਿਕਰ ਕਰਦੇ ਨੇ ਏੜਾ, ਪਿੰਗਲਾ ਔਰ ਸੁਖਮਨਾ 3 ਬਸਾਂ ਇਕਠਾਈ। ਸਾਡੀ ਗੋਦਾ ਦੇ ਸਿਰੇ ਤੋਂ ਰੀੜ ਦੀ ਹੱਡੀ ਜਿੱਥੋਂ ਸ਼ੁਰੂ ਹੁੰਦੀ ਹੈ ਉੱਥੋਂ ਇਹ ਨਾੜੀ ਸ਼ੁਰੂ ਹੁੰਦੀ ਹੈ ਤੇ ਚਲਦਿਆਂ ਚਲਦਿਆਂ ਇਹ ਸਾਡੇ ਸੀਸ ਤੱਕ ਆਉਂਦੀ ਹੈ। ਇਹਨੂੰ ਕਹਿੰਦੇ ਨੇ ਭਯੰਗਮਾ ਨਾੜੀ। ਇਹਦੀ ਸਾਧਨਾ ਕਰਨੀ। ਇਹਦੀ ਸਾਧਨਾ ਕੀ ਸੀ ਕਿ ਇਸ ਨਾੜੀ ਦੇ ਥੱਲੇ ਇੱਕ ਸ਼ਕਤੀ ਹੈ, ਉਸ ਨੂੰ ਕੁੰਡਲਨੀ ਕਹਿੰਦੇ ਹਨ। ਉਹ ਕੁੰਡਲਨੀ ਜਿਹੜੀ ਹੈ ਉਹ ਮੂੰਹ ਥੱਲੇ ਨੂੰ ਕਰਕੇ ਉਹਦਾ ਜਿਹੜਾ ਮੁੱਖ ਹੈ ਉਹ ਕੁੰਡਲਨੀ ਬਣ ਕੇ ਜਿਵੇਂ ਕੋਈ ਸਰਪ ਦਾ ਆਕਾਰ ਹੁੰਦਾ ਇਦਾਂ ਉਹਦਾ ਮੂੰਹ ਥੱਲੇ ਨੂੰ ਹੈ। ਉਸ ਕੁੰਡਲਨੀ ਨੂੰ ਜਗਾ ਕੇ ਉਹਦਾ ਜਿਹੜਾ ਮੂੰਹ ਹੈ ਉਸ ਨਾੜੀ ਦੇ ਬਿਲਕੁਲ ਥੱਲੇ ਲੈ ਆਉਣਾ। ਜਦੋਂ ਉਸ ਕੁੰਡਲਨੀ ਦਾ ਮੂੰਹ ਉਸ ਨਾੜੀ ਦੇ ਥੱਲੇ ਆ ਜਾਂਦਾ ਤਾਂ ਉਸ ਕੁੰਡਲਨੀ ਦੇ ਮੂੰਹ ਵਿੱਚੋਂ ਨਿਕਲਣ ਵਾਲੀ ਇੱਕ ਸ਼ਕਤੀ ਹੈ ਜਿਹੜੇ ਉਸ ਨਾੜੀ ਵਿੱਚ ਭਰੇ ਹੋਏ ਲਿਕਵਿਡ ਨੂੰ, ਉਹ ਲਿਕਵਿਡ ਰੀੜ ਦੀ ਹੱਡੀ ਚੋਂ ਆਮ ਕਰਕੇ ਡਾਕਟਰ ਖਿੱਚ ਕੇ ਉਹਦਾ ਟੈਸਟ ਵੀ ਕਰਦੇ ਆ ਜਦੋਂ ਕੁਝ ਨਾ ਸਮਝ ਆਵੇ। ਉਸ ਨਾੜੀ ਵਿੱਚ ਭਰਿਆ ਹੋਇਆ ਜਿਹੜਾ ਉਹ ਲਿਕਵਿਡ ਹੈ ਉਹਨੂੰ ਉਹ ਕੁੰਡਲਨੀ ਧੱਕਾ ਮਾਰ ਕੇ ਉੱਪਰ ਨੂੰ ਖਿੱਚਦੀ ਲੈ ਕੇ ਜਾਂਦੀ ਹੈ। ਸਾਡੀ ਜਿਹੜੀ ਗਰਦਨ ਹੈ, ਜਿੱਥੇ ਗਰਦਨ ਦੇ ਵਿਚਕਾਰ ਖੁੱਚ ਬਣੀ ਹੋਈ ਹੈ, ਇੱਥੇ ਇੱਕ ਗੰਢ ਹੁੰਦੀ ਹੈ। ਉਹ ਗੰਢ ਉਸ ਲਿਕਵਿਡ ਨੂੰ ਉੱਤੇ ਦਿਮਾਗ ਤੱਕ ਨਹੀਂ ਜਾਣ ਦਿੰਦੀ। ਜਦੋਂ ਕੁੰਡਲਨੀ ਦੀ ਉਹ ਸ਼ਕਤੀ ਉਸ ਲਿਕਵਿਡ ਨੂੰ ਉੱਪਰ ਨੂੰ ਧੱਕਾ ਮਾਰਦੀ ਹੈ ਤੇ ਉਹ ਗੰਢ ਖੁੱਲ ਜਾਂਦੀ ਹੈ। ਜਦੋਂ ਗੰਢ ਖੁੱਲਦੀ ਹੈ ਤੇ ਲਿਕਵਿਡ ਉੱਪਰ ਨੂੰ ਆਉਂਦਾ ਤੇ ਉਹ ਸਾਡਾ ਜਿਹੜਾ ਪ੍ਰਵੱਟਿਆਂ ਦੀਆਂ ਅੱਖਾਂ ਦੇ ਵਿਚਕਾਰ ਮੱਥਾ ਹੈ ਇਹਦੇ ਵਿੱਚ ਇੱਕ ਹੋਲ ਹੈ, ਉਹਦੇ ਵਿੱਚੋਂ ਉਹ ਬੂੰਦ ਬੂੰਦ ਕਰਕੇ ਫਿਰ ਗਲੇ ਦੇ ਰਾਹੀਂ ਟਪਕਣਾ ਸ਼ੁਰੂ ਹੁੰਦਾ। ਅਕਸਰ ਲੋਕ ਯੋਗੀ ਜ਼ੁਬਾਨ ਆਪਣੇ ਪਿਛਲੇ ਪਾਸੇ ਲੈ ਜਾਂਦੇ ਸੀ ਖਿੱਚ ਕੇ, ਉਹ ਟਪਕਣ ਵਾਲਾ ਜਿਹੜਾ ਰਸ ਸੀ ਉਹਨੂੰ ਰਸ ਨੂੰ ਲੈਣ ਵਾਸਤੇ ਉੱਥੇ ਹੀ ਟਿਕੇ ਰਹਿੰਦੇ ਸੀ। ਕੁਝ ਥੋੜੇ ਜਿਹੇ ਹੋਰ ਅੱਗੇ ਵਧੇ, ਉਹਨਾਂ ਦੇ ਅੰਦਰ ਉਹ ਜਿਹੜੀ ਬੂੰਦ ਸੀ ਟਪਕ ਕੇ ਪੇਟ ਦੀ ਨਾਭੀ ਵਿੱਚ ਜਿਹੜਾ ਸਾਡਾ, ਕਿਉਂਕਿ ਉੱਥੇ ਲਿਕਵਿਡ ਭਰਿਆ ਹੋਇਆ, ਉਹਦੇ ਵਿੱਚ ਉਹ ਬੂੰਦ ਬੂੰਦ ਕਰਕੇ ਡਿੱਗਦਾ ਹੈ। ਜਦੋਂ ਬੂੰਦ ਅੰਦਰ ਡਿੱਗਦੀ ਹੈ ਤੇ ਉਹਦੇ ਡਿੱਗਣ ਦੀ ਆਵਾਜ਼ ਆਉਂਦੀ ਹੈ, ਉਸ ਆਵਾਜ਼ ਨੂੰ ਕਿਹਾ ਜਾਂਦਾ ਅਨਾਹਦ ਨਾਦ। ਅਨਹਦ ਨਾਦ। ਉਹ ਲਗਾਤਾਰ ਇੱਕ ਰਸ ਫਿਰ ਏਦਾਂ ਸਰਕਲ ਚੱਲ ਪੈਂਦਾ। ਪਿੱਛੋਂ ਲਿਕਵਿਡ ਉੱਠਦਾ, ਦਿਮਾਗ ਤੋਂ ਹੁੰਦਾ ਹੋਇਆ ਪੇਟ ਦੀ ਨਾਭੀ ਤੱਕ ਆਉਂਦਾ, ਫਿਰ ਉਹ ਸਰਕਲ ਚੱਲਦਾ ਏਦਾਂ।
ਉਹ ਸਰਕਲ ਜਦੋਂ ਚੱਲਦਾ ਹੈ ਉਹਦੇ ਵਿੱਚੋਂ ਫਿਰ ਇੱਕ ਜਿਵੇਂ ਕੋਈ ਪਵਨ ਚੱਕੀ ਚੱਲਦੀ ਹੈ ਜਾਂ ਉਹਦੇ ਨਾਲ ਫਿਰ ਇੱਕ ਬਿਜਲੀ ਪੈਦਾ ਹੁੰਦੀ ਨਾ, ਸ਼ਕਤੀ, ਕਰੰਟ ਪੈਦਾ ਹੁੰਦਾ। ਉਸ ਸਰਕਲ ਦੇ ਨਾਲ ਫਿਰ ਇੱਕ ਸ਼ਕਤੀ ਪੈਦਾ ਹੁੰਦੀ ਹੈ ਜਿਹੜੀ ਉੱਪਰ ਦਸਮ ਦੁਆਰ ਵਾਲੇ ਪਾਸੇ ਲੈ ਕੇ ਜਾਂਦੀ ਹੈ। ਉੱਥੇ ਪਹੁੰਚ ਕੇ ਫਿਰ ਇਹ ਸਰੀਰ ਤੋਂ ਬਾਹਰ ਨਿਕਲਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ। ਸਰੀਰ ਨੂੰ ਛੱਡ ਕੇ ਕਿਤੇ ਵੀ ਜਾਣ ਦੀ ਪ੍ਰਕਿਰਿਆ ਯੋਗੀਆਂ ਕੋਲੋਂ ਵੀ ਆ ਗਈ। ਸਾਧਨਾ ਵਿੱਚ ਸਾਰਾ ਕੁਝ ਹੁੰਦਾ ਹੈ, ਪਰ ਉਹ ਜਿੱਥੇ ਪਹੁੰਚਣਾ ਸੀ ਉੱਥੇ ਮਕਸਦ ਤੱਕ ਨਹੀਂ ਪਹੁੰਚੇ, ਉਰੇ ਉਲਝ ਕੇ ਰਹਿ ਗਏ। ਪਹੁੰਚਣਾ ਤਾਂ ਸੀ ਵੀ ਆਤਮਾ ਦੇ ਸਰੂਪ ਤੱਕ ਜਾ ਪਹੁੰਚਣਾ ਤੇ ਸਰੀਰ ਤੋਂ ਨਿਰਲੇਪ ਹੋ ਜਾਣਾ, ਪਰ ਉਹ ਸਰੀਰ ਵਿੱਚੋਂ ਉਸ ਸੂਖਮ ਸਰੀਰ ਨੂੰ ਕੱਢ ਕੇ ਸਥੂਲ ਸਰੀਰ ਇੱਕ ਜਗ੍ਹਾ ਤੇ ਪਿਆ ਰਹਿਣਾ, ਸੂਖਮ ਸਰੀਰ ਲੈ ਕੇ ਜਿਹੜਾ ਮਛੰਦਰ ਨਾਥ ਸੀ ਉਹ ਕਾਮਰੂ ਦੇ ਰਾਜੇ ਦੇ ਸਰੀਰ ਵਿੱਚ ਜਾ ਕੇ ਪ੍ਰਵੇਸ਼ ਕਰ ਗਿਆ। ਉਹ ਮਰ ਚੁੱਕਾ ਸੀ, ਮਰੇ ਦੇ ਸਰੀਰ 'ਚ ਪ੍ਰਵੇਸ਼ ਕਰ ਗਿਆ। ਰਾਜੇ ਦੇ ਸਰੀਰ 'ਚ ਪ੍ਰਵੇਸ਼ ਕਰਨ ਤੋਂ ਬਾਅਦ ਉਹ ਰਾਜ ਭੋਗ ਭੋਗਣ ਲੱਗਾ, ਵਿਸ਼ੇ ਵਿਕਾਰਾਂ ਵਿੱਚ ਗਲਤ ਹੋ ਗਿਆ। ਇਹਦਾ ਚੇਲਾ ਸੀ, ਉਹਦਾ ਨਾਂ ਸੀ ਗੋਰਖਨਾਥ। ਗੋਰਖਨਾਥ ਨੂੰ ਕਿਸੇ ਨੇ ਤਾਨਾ ਮਾਰਿਆ, ਉਹ ਤੂੰ ਵੱਡਾ ਨਾਥ ਬਣਿਆ ਫਿਰਦਾ, ਤੇਰਾ ਜਿਹੜਾ ਗੁਰੂ ਹੈ ਉਹ ਤਾਂ ਕਾਮਰੂ ਦੇਸ਼ ਦੇ ਰਾਜੇ ਦੇ ਸਰੀਰ 'ਚ ਬੜਿਆ ਭੋਗੀ ਬਣਿਆ ਹੋਇਆ, ਵੀ ਉਹਨੇ ਆਪਣੀ ਸ਼ਕਤੀ ਇਸ ਪਾਸੇ ਲਾ ਲਈ ਹੈ। ਇਸ ਗੱਲ ਦਾ ਬੜਾ ਦੁੱਖ ਲੱਗਾ ਗੋਰਖਨਾਥ ਨੂੰ ਵੀ ਮੇਰਾ ਗੁਰੂ ਜਿਹੜਾ ਉਹ ਤਾਂ ਗਰਕ ਹੁੰਦਾ ਚੱਲਿਆ ਜਾ ਰਿਹਾ। ਜਦੋਂ ਉੱਥੇ ਗਿਆ ਤੇ ਪਤਾ ਲੱਗਾ ਵੀ ਉਹਨੇ ਬਕਾਇਦਾ ਹਦਾਇਤ ਕੀਤੀ ਆ ਵੀ ਕੰਨ ਪਾਟਾ ਜੋਗੀ ਕੋਈ ਮੇਰੀ ਸਭਾ 'ਚ ਨਾ ਆਵੇ। ਗੋਰਖਨਾਥ ਨੇ ਵੇਖਿਆ ਵੀ ਮੈਨੂੰ ਅੰਦਰ ਨਹੀਂ ਜਾਣ ਦਿੱਤਾ ਜਾਣਾ, ਸਿਪਾਹੀਆਂ ਨੇ ਜਾਣ ਨਹੀਂ ਦੇਣਾ। ਇੱਕ ਬਜੰਤਰੀ ਸੀ ਜਿਹੜਾ ਰੋਜ਼ ਇਹਦੀ ਸਭਾ 'ਚ ਮਰਦੰਗ ਵਜਾਉਂਦਾ ਸੀ। ਗੋਰਖਨਾਥ ਨੇ ਪਹਿਲਾਂ ਉਹਦੀ ਸ਼ਾਗਿਰਦੀ ਮੰਨੀ ਤੇ ਉਹਦੇ ਕੋਲੋਂ ਮਰਦੰਗ ਵਜਾਣਾ ਸਿੱਖਿਆ। ਇੱਕ ਦਿਨ ਜਿਹੜਾ ਉਸਤਾਦ ਸੀ ਉਹ ਬਿਮਾਰ ਹੋ ਗਿਆ ਤੇ ਗੋਰਖਨਾਥ ਨੂੰ ਕਹਿੰਦਾ, ਬੇਟਾ ਅੱਜ ਤੂੰ ਮਰਦੰਗ ਵਜਾ ਕੇ ਆ। ਇਹ ਅੱਗੇ ਇਸੇ ਦਿਨ ਦੀ ਉਡੀਕ ਵਿੱਚ ਸੀ। ਵੇਖਿਆ ਵੀ ਕੰਨ ਪਾਟੇ ਵੇਖ ਕੇ ਮੈਨੂੰ ਅੰਦਰ ਨਹੀਂ ਜਾਣ ਦੇਣਾ। ਇਹਨੇ ਇੱਕ ਟੋਪੀ ਬਣਾਈ ਕੱਪੜੇ ਦੀ ਜਿਹਦੇ ਨਾਲ ਕੰਨ ਵੀ ਕੱਜ ਲਏ ਵੀ ਪਤਾ ਨਾ ਲੱਗੇ ਕੰਨਾਂ ਦੇ ਵਿੱਚ ਕੀ ਹੈ। ਉੱਥੋਂ ਇੱਕ ਇਹਨਾਂ ਦਾ ਪੰਥ ਚੱਲਦਾ, 12 ਪੰਥ ਨੇ ਯੋਗੀਆਂ ਦੇ, ਇੱਕ ਪੰਥ ਉੱਥੋਂ ਚੱਲਦਾ। ਉਹ ਪਾ ਕੇ ਸਿਰ ਤੇ ਟੋਪੀ ਗੋਰਖਨਾਥ ਜਦੋਂ ਸਭਾ 'ਚ ਪਹੁੰਚਿਆ ਨਾ, ਇਹਨੇ ਮਰਦੰਗ ਵਜਾਇਆ ਜ਼ੋਰ ਨਾਲ ਤੇ ਮਰਦੰਗ ਵਜਾ ਕੇ ਆਖਿਆ, ਜਾਗ ਮਛੰਦਰਾ ਗੋਰਖਾਏ। ਮਛੰਦਰ ਨਾਥ ਇੰਨਾ ਸ਼ਰਮਸਾਰ ਹੋਇਆ ਵੀ ਮੇਰਾ ਚੇਲਾ ਜਾਣ ਗਿਆ ਮੇਰੀਆਂ ਕਰਤੂਤਾਂ ਨੂੰ। ਉਸੇ ਵੇਲੇ ਉਹਦਾ ਸਰੀਰ ਛੱਡਿਆ, ਮੁੜ ਆਪਣੇ ਸਰੀਰ 'ਚ ਆ ਗਿਆ। ਭਯੰਗਮਾ ਨਾੜੀ ਦੀ ਸਾਧਨਾ ਕਰਨ ਤੋਂ ਬਾਅਦ ਵੀ ਵਿਕਾਰ ਨਹੀਂ ਛੁੱਟੇ, ਇੰਨੀ ਪ੍ਰਕਿਰਿਆ ਤੱਕ ਜਾਣ ਤੋਂ ਬਾਅਦ ਵੀ, ਕਿਉਂਕਿ ਆਪਣੀ ਸ਼ਕਤੀ ਦੂਜੇ ਪਾਸੇ ਲਾ ਦਿੱਤੀ, ਮਾੜੇ ਪਾਸੇ ਲਾ ਦਿੱਤੀ ਜਿਹੜੀ ਜਾਗੀ। ਜੇ ਉਸੇ ਪੈਦਾ ਹੋਈ ਸ਼ਕਤੀ ਨੂੰ ਭਲੇ ਪਾਸੇ ਇੱਕ ਗੁਰੂ ਦੀ ਕਿਰਪਾ ਨਾਲ ਚੱਲ ਪੈਂਦਾ ਤਾਂ ਫਿਰ ਆਪਣੀ ਦੇਹ ਤੋਂ ਸਰੀਰ ਤੋਂ ਅਸੰਗ ਹੋ ਕੇ ਨਿਰਾਲਾ ਹੋ ਕੇ ਆਤਮਾ ਦੇ ਸਰੂਪ ਦਾ ਸਾਖਸ਼ਾਤਕਾਰ ਕਰ ਲੈਂਦਾ। ਤੋ ਗੁਰਦੇਵ ਕਹਿੰਦੇ ਕੇਵਲ ਭਯੰਗਮਾ ਨਾੜੀ ਦੀ ਸਾਧਨਾ ਕਰ ਲਈ, ਵੇਦ ਵਿਚਾਰ ਲਏ, ਪਾਠ ਪੜ੍ਹ ਲਏ, ਨਿਉਲੀ ਕਰਮ ਕਰ ਲਏ। ਪੰਚ ਜਨਾਸਿਓ ਸੰਗ ਨਾ ਛੁਟਕਿਓ, ਆਦਕ ਅਹੰ ਬੁੱਧ ਬਾਤੇ। ਜਿਹੜੇ ਪੰਜ ਵਿਕਾਰ ਸੀ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਉਹਨਾਂ ਪੰਜਾਂ ਵਿਕਾਰਾਂ ਤੋਂ ਸੰਗ ਨਹੀਂ ਛੁੱਟਿਆ। ਇੰਨਾ ਕੁਝ ਕਰਕੇ ਵੀ ਪੰਜਾਂ ਵਿਕਾਰਾਂ ਤੋਂ ਸੰਗ ਨਹੀਂ ਛੁੱਟ ਗਿਆ, ਸਗੋਂ ਹੋਰ ਜ਼ਿਆਦਾ ਹੰਕਾਰ ਦੇ ਵਿੱਚ ਬੰਨੇ ਗਏ ਵੀ ਮੈਂ ਤਾਂ ਇੰਨੇ ਵੇਦ ਪੜ੍ਹੇ ਨੇ, ਮੈਂ ਨਿਉਲੀ ਕਰਮ ਕਰ ਲੈਣਾ, ਮੈਂ ਭਯੰਗਮਾ ਨਾੜੀ ਸਾਧ ਲਈ ਹੈ, ਮੈਂ ਵੇਦ ਵਿਚਾਰ ਲਏ ਨੇ, ਸਗੋਂ ਹੋਰ ਜ਼ਿਆਦਾ ਹੰਕਾਰ ਦੇ ਵਿੱਚ ਬੰਧਾਏ ਮਾਨ। ਤਦੇ ਸਾਹਿਬ ਕਹਿੰਦੇ ਨਾ,
पढ़िया मूर्ख आखी है जिस लभ लोभ हंकार। जदों कोई दो अक्षर पढ़ जाता सुभावक हंकार आ जाए। कोई विरला है जिहड़ा पढ़ी हुई इस पढ़ाई दे उस इलम नूं अपने हिरदे च जर सकदा। हंकार दे तहत मनुख ਉਹਨੂੰ फिर मेरे गुरुदेव विद्वान नहीं कहते, भावें वो पढ़िया ही होवे। खुद पातशाह कहते हैं पढ़िया मूर्ख आखी है, वो तो पढ़िया होया मूर्ख है। ਉਹਦੇ ਅੰਦਰ ਹੰਕਾਰ ਲੋਭ ਹੈ ਨਾਲ। ਇਹਦੇ ਪੰਜਾਂ ਵਿਕਾਰਾਂ ਤੋਂ ਸੰਗ ਫਿਰ ਵੀ ਨਹੀਂ ਛੁੱਟ ਗਿਆ, ਸਗੋਂ ਹੋਰ ਜ਼ਿਆਦਾ ਹੰਕਾਰ ਦੀ ਬੁੱਧੀ ਦੇ ਵਿੱਚ ਕੰਧਾਏਮਾਨ ਹੋ ਗਿਆ। ਪਿਆਰੇ ਇਨ ਫਿਤ ਮਿਲਣ ਨਾ ਜਾਈ। ਏ ਪਿਆਰੇ ਏਦਾਂ ਨਹੀਂ ਮਿਲ ਹੋਣਾ। ਇਹ ਉੱਪਰਲੇ ਜਿਹੜੇ ਦੱਸੇ ਕਰਮ ਨੇ ਇਹਨਾਂ ਨੂੰ ਕਰਕੇ ਨਹੀਂ ਮਿਲ ਹੋਣਾ ਪਰਮੇਸ਼ਰ ਨੂੰ। ਹਾਂਜੀ ਮੈਂ ਕੀਏ ਕਰਮ ਅਨੇਕਾ। ਐਸਾ ਨਹੀਂ ਕਿ ਮੈਂ ਜਾਣਦਾ ਨਹੀਂ ਨਾ ਕਰਮਾਂ ਬਾਰੇ। ਕਹਿੰਦੇ ਮੈਂ ਇਹ ਸਾਰੇ ਕਰਮ ਅਨੇਕ ਪ੍ਰਕਾਰ ਦੇ ਕਰਕੇ ਵੇਖੇ ਨੇ। ਏਦਾਂ ਗੱਲ ਨਹੀਂ ਬਣਨੀ। ਆਪਾਂ ਕਹਿੰਦੇ ਵੀ ਇਹ ਮੇਰਾ ਤਜਰਬਾ ਕੀਤਾ ਹੋਇਆ, ਇਹ ਏਦਾਂ ਹੋ ਨਹੀਂ ਸਕਦਾ। ਇਹ ਕੰਮ ਮੈਂ ਕਰਕੇ ਵੇਖਿਆ। ਕਹਿੰਦੇ ਮੈਂ ਇਹ ਸਾਰੇ ਕਰਮ ਕਰਕੇ ਵੇਖੇ ਨੇ। ਏਦਾਂ ਉਸ ਹਰੀ ਅਕਾਲ ਪੁਰਖ ਪਰਮੇਸ਼ਰ ਨਾਲ ਪਿਆਰਿਆ ਮੇਲ ਨਹੀਂ ਹੋਣਾ। ਹਾਰ ਪਰਿਓ ਸੁਆਮੀ ਕੈ ਦੁਆਰ ਦੀਜੈ ਬੁੱਧ ਵਿਵੇਕਾ। ਆਪਣੇ ਸੁਆਮੀ ਦੇ ਦਰ ਦੇ ਉੱਤੇ ਹਾਰ ਕੇ ਪੈ ਜਾ ਢਹਿ ਕੇ। ਗੱਲ ਤਾਂ ਹਾਰਨ ਤੇ ਆ ਨਿਬੜਨੀ ਹੈ। ਮਹਾਰਾਜ ਮੈਂ ਨਹੀਂ ਜੇ ਕੁਝ ਜਾਣਦਾ, ਨਾ ਮੇਰੇ ਕੋਲ ਗਿਆਨ, ਨਾ ਧਿਆਨ, ਨਾ ਕਰਮ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਨਾਹਿਨ ਨਿਰਮਲ ਕਰਨੀ। ਨਾ ਮੈਨੂੰ ਗਿਆਨ ਦਾ ਪਤਾ, ਨਾ ਧਿਆਨ ਦਾ, ਨਾ ਮੇਰੀ ਕੋਈ ਕਰਨੀ ਚੰਗੀ ਹੈ। ਇੱਥੇ ਤਾਂ ਹਾਰ ਕੇ ਗੱਲ ਬਣਨੀ ਆ, ਹਾਰ। ਮੇਰੇ ਸਾਹਿਬ ਦੀ ਜਨਮ ਸਾਖੀ ਦਾ ਬਚਨ ਸਿਮਰਤੀ ਵਿੱਚ ਆਉਂਦਾ ਹੈ। ਰਾਜੇ ਸ਼ਿਵਨਾਭ ਨੂੰ ਦਰਸ਼ਨ ਦੇਣ ਗਏ ਗੁਰੂ ਨਾਨਕ ਸਾਹਿਬ ਸਿੰਗਲਾ ਦੀਪ ਦੇ ਟਾਪੂ ਤੇ। ਦਰਸ਼ਨ ਹੋਏ, ਪਹਿਲਾਂ ਪਰਖਿਆ ਮਹਾਰਾਜ ਜੀ ਨੂੰ। ਜਦੋਂ ਦਰਸ਼ਨ ਕੀਤੇ ਤੇ ਦਰਸ਼ਨ ਕਰਦਿਆਂ ਬੜੇ ਆਨੰਦ ਵਿੱਚ ਸਾਹਮਣੇ ਸਤਿਗੁਰੂ ਬੈਠੇ ਦੀਦਾਰ ਕਰ ਰਿਹਾ, ਤੇ ਇਹਦੇ ਵੇਖਦਿਆਂ ਵੇਖਦਿਆਂ ਮੇਰੇ ਸਾਹਿਬ ਅਲੋਪ ਹੋ ਗਏ। ਤੇ ਰਾਜਾ ਸ਼ਿਵਨਾਭ ਏਦਾਂ ਤਰਲੋ ਮੱਛੀ ਹੋਣ ਲੱਗਾ, ਏਦਾਂ ਤੜਫਣ ਲੱਗਾ ਜਿਵੇਂ ਮੱਛੀ ਪਾਣੀ ਬਿਨਾਂ ਤੜਫਦੀ ਹੈ। ਸਤਿਗੁਰੂ ਜੀ ਗਏ ਕਿੱਥੇ? ਹਾਲੇ ਤਾਂ ਮੇਰਾ ਮਨ ਵੀ ਨਹੀਂ ਸੀ, ਹਾਲੇ ਤਾਂ ਕੋਈ ਬਚਨ ਵੀ ਨਹੀਂ ਸਨ ਹੋਏ। ਕਿੱਥੇ ਗਏ? ਭੱਜਿਆ। ਇੱਕ ਜੰਗਲ ਨੁਮਾ ਬਾਗ ਸੀ, ਉਹਦੇ ਵਿੱਚ ਭੱਜਿਆ। ਕਦੇ ਕਿਸੇ ਦਰਖਤ ਤੇ ਉਹਦੇ ਵੇਖਦਾ, ਕਦੇ ਕਿਤੇ ਜਾ ਕੇ ਵੇਖਦਾ। ਪਸੀਨੋ ਪਸੀਨੀ ਹੋਇਆ ਵਾਹ ਦਾ ਹੀ ਦੌੜਿਆ ਜਾਏ ਤੇ ਦਰਖਤਾਂ ਨੂੰ ਪੁੱਛਦਾ, ਦਰਖਤੋ ਤੁਸੀਂ ਦੱਸੋ ਗੁਰੂ ਨਾਨਕ ਸਾਹਿਬ ਕਿੱਥੇ? ਦੌੜਦਿਆਂ ਭੱਜਦਿਆਂ 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 ਹੰਭ ਗਿਆ ਤੇ ਡਿੱਗ ਪਿਆ, ਬੇਹੋਸ਼ ਹੋ ਗਿਆ। ਜਦੋਂ ਡਿੱਗ ਪਿਆ ਨਾ ਬੇਹੋਸ਼ ਹੋ ਕੇ, ਤੇ ਡਿੱਗਣ ਦੀ ਦੇਰੀ ਸੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪ੍ਰਗਟ ਹੋ ਗਏ, ਮੱਥੇ ਨੂੰ ਚਰਨ ਛੁਆਇਆ, ਇਹਦੀਆਂ ਅੱਖਾਂ ਖੁੱਲੀਆਂ ਤੇ ਦਰਸ਼ਨ ਕੀਤੇ। ਇਹ ਜਨਮ ਸਾਖੀ ਦਾ ਬਚਨ। ਮਹਾਰਾਜ ਜੀ ਕਹਿੰਦੇ ਸ਼ਿਵਨਾਭ ਜੇ ਪਹਿਲੋਂ ਡਿੱਗ ਪੈਂਦਾ ਭੱਜਣ ਨੱਠਣ ਤੋਂ ਤਾਂ ਅਸੀਂ ਪਹਿਲਾਂ ਆ ਜਾਂਦੇ। ਮੈਂ ਵੇਖਦਾ ਸੀ ਵੀ ਤੂੰ ਕਦੋਂ ਮੇਰੀ ਸ਼ਰਨ ਚ ਆ ਕੇ ਡਿੱਗੇ ਤੇ ਮੈਂ ਚੁੱਕ ਕੇ ਗਲ ਨਾਲ ਲਾਵਾਂ। ਅਸੀਂ ਆਪਣੇ ਯਤਨ ਕਰਦੇ ਹਾਂ, ਮੈਂ ਇਦਾਂ ਕਰਾਂਗਾ, ਮੈਂ ਇਦਾਂ ਮੈਂ ਤਾਂ ਕਰ ਸਕਦਾ ਹਾਂ। ਪਰ ਇੱਥੇ ਗੁਰੂ ਬਾਬੇ ਦੇ ਘਰ ਦੇ ਵਿੱਚ ਤਾਂ ਭਾਈ ਜਿਹੜੇ ਹਾਰ ਕੇ ਢਹਿ ਪੈਂਦੇ ਆ ਨਾ, ਮਹਾਰਾਜ ਮੇਰੇ ਕੋਲ ਨਹੀਂ ਕੁਝ ਕਰਨ ਦੀ ਸਮਰੱਥਾ, ਮੈਂ ਅਸਮਰੱਥ ਹਾਂ, ਸਹਾਏ ਹਾਂ। ਅੱਜ ਦੇ ਇਸ ਵਰਤਮਾਨ ਦੇ ਸਮੇਂ ਵਿੱਚ ਵੇਖੀਏ ਵਰਤਾਰੇ ਵਰਤਦੇ ਨੂੰ, ਮਨੁੱਖ ਕਿਤਨਾ ਅਸਹਾਏ ਹੈ।
कितना असमर्थ है, चाहता है कुछ करा पर नहीं कर पा रहा, असहाय। हे प्रभु, मैं तुहाडी शरण विच हार के ढह पिया। हार भरियो स्वामी कै द्वार। कहते जदों अपने स्वामी दे द्वार ते हार के पै गए ते पै के बेनती कीती, दीजा बुध बबेका, दीजा बुध बबेका, दीजा बुध विवेका, दीजा बुध विवेका, दीजा बुध बबेका, दीजा बुध बबेका, दीजा बुध विवेका, दीजा बुध विवेका। महाराज विवेक बुद्धि का दान बख्शो। विवेक बुद्धि, विवेक बुद्धि केड़ी हुंदी? जिहड़ी विचार करन वाली बुद्ध होवे। एक हुंदी तर्क बुद्धि, एक हुंदी विवेक बुद्धि। तर्क बुद्धि तो सब कुछ ही खंडन करी जाती, यह भी नहीं हो सकता, यह भी नहीं हो सकता, यह भी नहीं हो सकता। जिहड़ी विवेक बुद्धि है वह विचार करती है भी ये किवें हो सकता ते किवें होवेगा और की है, वो किसी निर्णय से पहुंचती है। तर्क बुद्धि का तो कोई निर्णय है ही नहीं। इस करके गुरु नानक दे घर विच विवेक बुद्धि का दान मंगण की बेनती। अजकल पता की कहते हैं लोग, कहते जे गुरु नानक साहब भी तो तर्क करते सी। गुरु नानक साहब तर्क नहीं सी करते, विवेक करते सी। आखे जी तर्क करना चाहिए, तर्क नहीं करना चाहिए, विवेक। जे तर्क करना हुंदा ते अरदास विच साडे वडेरियां ने दान मंगण वेले क्या करना सी? जदों मंगना सी ना, विसाओ दान, भरोसा दान, विवेक दान नहीं सी कहना। महाराज विवेक दान बख्शो, उदों ये दान मंगना पैना सी भी महाराज तर्क दान बख्शो सिखां नूं। तर्क दान तां नहीं मंगदे असीं विवेक दान मंगदे हां। गुरबाणी सानूं विवेक मंगना सिखाउंदी है। विवेक दा मतलब विचार करनी। विवेक बिब नाम दो दा है, दो नूं छड्ड के किसी एक निर्णय ते पहुंचना। तर्क तां सब कुछ खत्म करी जांदी, तां किसी निर्णय ते पहुंचदी नहीं। विवेक दे विच दो है, दो तो बाद एक दे उत्ते पहुंचण दा नाम है विवेक। दो नूं छड्ड के एक नूं विचारना। गुरसिखां दे खाणे विच भी विवेक है, गुरसिखां दे वेखण विच भी विवेक है, गुरसिखां दे बोलण विच भी विवेक है, गुरसिखां दे पहरावे विच भी विवेक है, हर प्रकार दे कर्म विच विवेक है, विचार। तो महाराज जी दे चरणां चों कहंदे मैं विवेक दा दान मंगदा हां। हां जी। रहाऊ मोन पयो कर पाती रहियो, नगन फिरियो बन माही। मौन पयो कहंदे मोनी हो गया। एक मोनी होना हठ नाल। आखो सतनाम श्री वाहिगुरु। एक मोनी हुंदा भी बंदा हठ नाल मौन रखना, मैं नहीं बोलना। कोई गल करना आवे हत्थां नाल इशारे कर करके गल्लां करनी। एक मौन हुंदा सुधे सिद्ध बोलण नूं चेती ना करे, की बोलां बाबा बोलना क्या कही है, जैसे राम नाम रव रही। बोल बोल के टाइम बर्बाद करने की बजाय भजन करिए, की बोलना। वो भी एक अवस्था है जिथे जाके सुते सिद्धि मन ही नहीं करता, मूँह भरिया क्यों बोली है। भाई गुरदास जी कहते मूँह भरिया होवे ना खंड नाल ते कहते किवें बोलीए, फिर खाली मूँह बोलते आ, खाली घड़े बोलते आ, भरे नहीं बोलते। पर एक हुंदा हठी बिरती दे नाल मौन रखना। कहते इदां दा मौन कीता कर पाती रहियो, हत्थां नूं भांडे बना के लोकां दे घरां विच मंगण तुर पिया भी मैं मंग के खाना, अपना मान छड्ड दित्ता। मंगण ज्ञान दा मतलब हुंदा भी मैं मर गया ते मंगण जा रहा। कर पाती रहे, हत्थां नूं भांडे बना के मंगण चलिया गया।
ਨਗਨ ਫਿਰਿਓ ਬਨ ਮਾਹੀ। ਨਗਨ ਹੋ ਕੇ ਜੰਗਲ ਦੇ ਵਿੱਚ ਫਿਰਨਾ ਸ਼ੁਰੂ ਕਰ ਦਿੱਤਾ। ਜਿਹੜੇ ਨਗਨ ਹੁੰਦੇ ਆ ਨਾ, ਇਹ ਸੰਨਿਆਸੀ ਵਗੈਰਾ, ਉਹਨਾਂ ਦਾ ਇਹ ਮੰਨਣਾ ਹੈ ਵੀ ਅਸੀਂ ਨਗਨ ਹੋਣ ਦਾ ਮਤਲਬ ਇਹ ਹੁੰਦਾ ਹੈ ਵੀ ਜਿਵੇਂ ਇੱਕ ਬੱਚਾ ਨਗਨ ਹੁੰਦਾ ਨਾ, ਉਹਨੂੰ ਕਿਸੇ ਦੀ ਉਹ ਨਗਨ ਹੋਵੇ, ਨਗਨ ਕਿਸੇ ਦੀ ਵੀ ਗੋਦ ਵਿੱਚ ਜਾ ਬਹਿੰਦਾ, ਉਹਨੂੰ ਕੁਝ ਨਹੀਂ ਪਤਾ ਵੀ ਮੈਂ ਨਗਨ ਹਾਂ। ਉਹਨੂੰ ਉਹ ਬਿਲਕੁਲ ਨਿਰਛਲ ਨਿਸ਼ਕਪਟ ਭੋਲਾ। ਸੰਨਿਆਸੀ ਕਹਿੰਦੇ ਆ ਵੀ ਜਿਹੜੇ ਨਗਨ ਹੋ ਜਾਂਦੇ ਆ ਉਸ ਬੱਚੇ ਵਾਂਗੂ ਹੋ ਜਾਂਦੇ ਆ, ਉਹਨਾਂ ਨੂੰ ਕੋਈ ਵਿਕਾਰ ਨਹੀਂ ਫੁਰਦਾ, ਕਿਤੇ ਵੀ ਜਾ ਬੈਠਣ। ਪਰ ਐਸਾ ਨਗਨ ਤਾਂ ਸੰਸਾਰ ਵਿੱਚ ਮਿਲਣਾ ਮੁਸ਼ਕਿਲ ਹੈ। ਅਸਭਿਅਕ ਬਣ ਕੇ ਸਮਾਜ ਦੇ ਵਿੱਚ ਫਿਰਨਾ, ਕੋਈ ਜੰਗਲ ਵਿੱਚ ਜਾ ਫਿਰਿਆ, ਤੇ ਪਾਤਸ਼ਾਹ ਇਹੋ ਜਿਹੇ ਪਖੰਡ ਦਾ ਖੰਡਨ ਕਰਦੇ ਆ। ਕਹਿੰਦੇ ਵੀ ਜੇ ਤੁਸੀਂ ਕਹਿੰਦੇ ਹੋ ਵੀ ਨਗਨ ਹੋਣ ਨਾਲ ਯੋਗ ਪ੍ਰਾਪਤ ਹੁੰਦਾ ਹੈ, ਤੇ ਜੰਗਲ ਵਿੱਚ ਰਹਿਣ ਵਾਲੇ ਜਿਹੜੇ ਹਿਰਣ ਨੇ ਸਾਰੇ ਮੁਕਤ ਹੋ ਜਾਣੇ ਚਾਹੀਦੇ ਨੇ, ਕਿਉਂਕਿ ਉਹਨਾਂ ਨੇ ਕਿਹੜਾ ਦਰਜੀ ਬਿਠਾਏ ਨੇ, ਉਹ ਤਾਂ ਸਾਰੇ ਨਗਨ ਫਿਰਦੇ ਆ। ਫਿਰ ਤਾਂ ਉਹ ਸਾਰੇ ਮੁਕਤ ਹੋਣੇ ਚਾਹੀਦੇ ਆ। ਬਾਨਕਾ ਮਿਰਗ ਮੁਕਤ, ਉਹ ਸਾਰੇ ਮੁਕਤ ਹੋ ਜਾਂਦੇ। ਤੂੰ ਕਹਿੰਦੇ ਨਗਨ ਫਿਰਿਓ ਬਨ ਮਾਹੀ, ਨਗਨ ਹੋ ਕੇ ਬਨ ਵਿੱਚ ਜੰਗਲ ਵਿੱਚ ਫਿਰਿਆ। ਤਟ ਤੀਰਥ ਸਭ ਧਰਤੀ ਭ੍ਰਮਿਓ, ਦੁਬਦਾ ਛੁਟਕੈ ਨਾਹੀ। ਤੀਰਥਾਂ ਦੇ ਕਿਨਾਰਿਆਂ ਤੇ ਭਰਮਿਆ, ਸਾਰੀ ਧਰਤੀ ਤੇ ਭਰਮਿਆ, ਇੰਨਾ ਕੁਝ ਕੀਤਾ ਪਰ ਫਿਰ ਵੀ ਹਿਰਦੇ ਚੋਂ ਦੁਬਦਾ ਨਹੀਂ ਗਈ। ਦੁਬਦਾ ਛੁਟਕੈ ਨਾਹੀ, ਦੁਬਦਾ ਹਿਰਦੇ ਚੋਂ ਨਹੀਂ ਛੁੱਟਦੀ, ਦੁਬਦਾ ਦੀ ਨਿਰਵਿਰਤੀ ਨਹੀਂ ਹੁੰਦੀ। ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵਤ ਧਰਾਏ। ਮਨੀਕਰਨ ਤੀਰਥ ਤੇ ਜਾ ਕੇ ਵਸ ਜਾਏ। ਮਨ ਕਾਮਨਾ ਦਾ ਇੱਥੇ ਅਰਥ ਹੈ ਮਨੀਕਰਨ। ਇੱਕ ਮਨੀਕਰਨ ਆਪਣੇ ਇੱਧਰ ਹਿਮਾਚਲ ਵਿੱਚ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਯਾਦ ਚੌਥੇ ਸਥਾਨ ਹੈ। ਇੱਕ ਮਨੀਕਰਨ ਤੀਰਥ ਹੈ ਬਨਾਰਸ ਵਿੱਚ, ਇਹ ਉਸ ਤੀਰਥ ਦਾ ਜ਼ਿਕਰ ਆ ਰਿਹਾ ਹੈ, ਉਹਨੂੰ ਵੀ ਮਨੀਕਰਨ ਤੀਰਥ ਕਹਿੰਦੇ। ਉੱਥੇ ਇੱਕ ਖੂਹ ਹੈ ਬਕਾਇਦਾ, ਉਹਦੇ 'ਚ ਆਰਾ ਬੱਧਾ ਹੋਇਆ। ਪੁਰਾਤਨ ਸਮਿਆਂ ਵਿੱਚ ਅੰਗਰੇਜ਼ਾਂ ਦੇ ਰਾਜ ਤੋਂ ਪਹਿਲਾਂ ਉੱਥੇ ਬ੍ਰਾਹਮਣ ਲੋਕ ਲੋਕਾਂ ਨੂੰ ਮੁਕਤੀ ਦਾ ਝਾਂਸਾ ਦੇ ਕੇ ਉਸ ਆਰੇ ਨਾਲ ਚੀਰ ਦਿੰਦੇ ਸੀ। ਉਹਨਾਂ ਦਾ ਜਿੰਨਾ ਧਨ ਦੌਲਤ ਹੁੰਦੀ ਸੀ ਉਹ ਆਪ ਸਾਂਭ ਲੈਂਦੇ ਸੀ। ਉਹਨਾਂ ਨੂੰ ਚੀਰ ਕੇ ਕਹਿੰਦੇ ਜਾਓ ਹੁਣ ਤੁਸੀਂ ਮੁਕਤ। ਤੇ ਬੜੇ ਬੜੇ ਲੋਕ ਬਨਾਰਸ ਆ ਕੇ ਉਸ ਤੀਰਥ ਤੇ ਉਸ ਆਰੇ ਥੱਲੇ ਆਪਣਾ ਆਪ ਚਿਰਵਾਉਂਦੇ ਰਹੇ। ਜਦੋਂ ਅੰਗਰੇਜ਼ ਆਏ ਉਹਨਾਂ ਵੇਖਿਆ ਵੀ ਇਹ ਚੰਗੀ ਹੈਰਾਨੀ ਦੀ ਬਾਤ ਹੈ, ਕਿੰਨੀ ਕਸਾਈ ਬਿਰਤੀ ਹੈ ਵੀ ਬੰਦਿਆਂ ਨੂੰ ਧਰਮ ਦੇ ਨਾਂ ਤੇ ਚੀਰੀ ਜਾਂਦੇ ਆ। ਕਹਿੰਦੇ ਮੁਕਤੀ ਦਿੰਦੇ ਆ। ਉਹਨਾਂ ਜਿੰਨੇ ਬ੍ਰਾਹਮਣ ਸੀ ਸਾਰੇ ਇਕੱਠੇ ਕੀਤੇ, ਇਕੱਠੇ ਕਰਕੇ ਉਹਨਾਂ ਨੂੰ ਆਖਿਆ ਵੀ ਹੁਣ ਤਾਂ ਹੀ ਤੁਸੀਂ ਜਦੋਂ ਪਿਛਲੀਆਂ ਵਹੀਆਂ ਖੋਲੀਆਂ ਵੀ ਕਿੰਨੇ ਕੁ ਮੁਕਤ ਹੋਏ ਨੇ, ਵੇਖਿਆ ਵੀ ਸਾਰੇ ਛਤਰੀਆਂ ਨੂੰ ਚੀਰਿਆ, ਜਿਹੜੇ ਚੰਗੇ ਚੰਗੇ ਧਨਾੜ ਸ਼ਾਹੂਕਾਰ ਉਹੀ ਚੀਰੇ ਨੇ, ਵੀ ਅੱਜ ਤਾਈਂ ਕੋਈ ਬਾਹਮਣ ਨਹੀਂ ਚੀਰਿਆ। ਕਹਿੰਦੇ ਵੀ ਹੁਣ ਤਾਈਂ ਤੁਸੀਂ ਬੜਿਆਂ ਦੀ ਮੁਕਤੀ ਕਰ ਦਿੱਤੀ, ਸੈਂਕੜੇ ਸਾਲਾਂ ਤੋਂ ਕਰੀ ਆਉਂਦੇ ਹੋ, ਵੀ ਹੁਣ ਸਾਡਾ ਫੁਰਨਾ ਹੋਇਆ। ਅੰਗਰੇਜ਼ ਕਹਿੰਦੇ ਵੀ ਤੁਹਾਨੂੰ ਸਾਰੇ ਬ੍ਰਾਹਮਣਾਂ ਨੂੰ ਮੁਕਤ ਕਰੀਏ ਆਰੇ ਥੱਲੇ, ਹੁਣ ਤੁਹਾਡੀ ਵਾਰੀ, ਹੁਣ ਚੀਰਨਾ ਤੁਹਾਨੂੰ ਹੈ। ਹੁਣ ਬ੍ਰਾਹਮਣ ਹੱਥ ਜੋੜਨ, ਉਹ ਕਹਿੰਦੇ ਵੀ ਤੁਸੀਂ ਲੋਕਾਂ ਨੂੰ ਮੁਕਤੀ ਦਿੰਦੇ ਹੋ, ਤੁਹਾਨੂੰ ਨਹੀਂ ਚਾਹੀਦੀ, ਤੁਸੀਂ ਵੀ ਹੋਵੋ ਮੁਕਤ। ਉਹ ਕਹਿਣ ਲੱਗੇ ਦੁਹਾਈ ਰੱਬ ਦੀ, ਸਾਡੀ ਜਾਨ ਛੱਡ ਦਿਓ, ਅਸੀਂ ਨਹੀਂ ਅੱਜ। ਉਦੋਂ ਫਿਰ ਉਹਨਾਂ ਨੇ ਆਰਾ ਉੱਥੋਂ ਚੁਕਾਇਆ ਤੇ ਇਹ ਮਰਿਆਦਾ, ਇਹ ਪ੍ਰਥਾ ਬਨਾਰਸ 'ਚ ਬੰਦ ਕੀਤੀ। ਪਰ ਜਦੋਂ ਗੁਰੂ ਅਰਜਨ ਸਾਹਿਬ ਜੀ ਇਹ ਪੰਕਤੀ ਲਿਖ ਰਹੇ ਨੇ, ਉਦੋਂ ਇਹ ਰਵਾਇਤ ਸੀ ਉੱਥੇ। ਮਹਾਰਾਜ ਜੀ ਕਹਿੰਦੇ ਮਨ ਕਾਮਨਾ ਤੀਰਥ ਜਾਏ ਬਸਿਓ, ਉਸ ਮਨੀਕਰਨ ਤੀਰਥ ਤੇ ਜਾ ਕੇ ਵਸ ਕੇ ਸਿਰ ਕਰਵਤ ਧਰਾਇਓ। ਤੇ ਸਿਰ ਦੇ ਉੱਤੇ ਕਰਵਤ ਨਾਮ ਹੁੰਦਾ ਆਰੇ ਦਾ, ਕਰਵਤ ਕਲਵੱਤਰ, ਤੇ ਆਰੇ ਦੇ ਨਾਲ ਕਹਿੰਦੇ ਆਪਣਾ ਸਿਰ ਚਰਾ ਲਿਆ। ਮਨ ਕੀ ਮੈਲ ਨਾ ਉਤਰੈ ਇਹ ਬਿਦ,
ਜੇ ਲੱਖ ਜਤਨ ਕਰਾਏ। ਮਨ ਦੀ ਮੈਲ ਵੀ ਇਸ ਤਰ੍ਹਾਂ ਨਹੀਂ ਉਤਰਦੀ, ਏਦਾਂ ਦੇ ਕਰਮ ਕਾਂਡ ਕਰਕੇ ਵੀ ਮਨ ਦੀ ਮੈਲ ਨਹੀਂ ਉਤਰਦੀ, ਭਾਵੇਂ ਤੂੰ ਲੱਖਾਂ ਯਤਨ ਕਰ ਲੈ ਜਾਂ ਕਰਾ ਲੈ। ਕਨਕ ਕਾਮਨੀ ਹੈਵਰ ਗੈਵਰ ਬਹੁ ਵਿਦ ਦਾਨ ਦਾਤਾਰਾ। ਸੋਨੇ ਦੀਆਂ ਇਸਤਰੀਆਂ ਬਣਾ ਕੇ ਦਾਨ ਕਰਨੀਆਂ ਕਨਕ ਕਾਮਨੀ, ਕਨਕ ਨਾਮ ਹੁੰਦਾ ਸੋਨੇ ਦਾ। ਸੋਨੇ ਦੀਆਂ ਇਸਤਰੀਆਂ ਬਣਾ ਕੇ ਦਾਨ ਕਰਕੇ ਹੈ ਵਰ, ਚੰਗੇ ਵਧੀਆ ਘੋੜੇ ਗਏ ਵਰ ਹਾਥੀ, ਇਹਨਾਂ ਦਾ ਦਾਨ ਕਰਕੇ ਬਹੁਵਿਧ ਦਾਨ ਦਤਾਰਾ, ਹੋਰ ਕਈ ਤਰ੍ਹਾਂ ਦੇ ਦਾਨ ਦੇ ਕੇ ਦਾਤਾਰ ਬਣਿਆ ਫਿਰੇ। ਅੰਨ ਬਸਤਰ ਭੂਮ ਬਹੁ ਅਰਪੇ ਨਹਿ ਮਿਲਿਐ ਹਰ ਦੁਆਰਾ। ਅੰਨ ਦਾਨ ਕਰੇ, ਬਸਤਰਾਂ ਦਾ ਦਾਨ ਕਰੇ, ਜ਼ਮੀਨ ਦਾ ਦਾਨ ਕਰੇ, ਇਹਨੇ ਦਾਨ ਕਰਨ ਨਾਲ ਵੀ ਇਹਨੂੰ ਹਰੀ ਦਾ ਦੁਆਰ ਨਹੀਂ ਮਿਲਦਾ, ਕਿਉਂਕਿ ਦਾਨ ਕਰਕੇ ਮੁੜ ਕੇ ਨਾਲ ਹੰਕਾਰ ਕਰਦਾ, ਮੈਂ ਕੀਤਾ। ਏਦਾਂ ਵੀ ਹਰੀ ਦਾ ਦੁਆਰ ਨਹੀਂ ਪ੍ਰਾਪਤ ਹੁੰਦਾ। ਪੂਜਾ ਅਰਚਾ ਬੰਦਨ ਡੰਡੌਤ ਖਟ ਕਰਮਾ ਰਤ ਰਹਤਾ। ਪੂਜਾ ਕਰਨੀ, ਅਰਚਨਾ ਕਰਨੀ, ਬੰਦਨਾ ਕਰਨੀ, ਡੰਡੌਤਾਂ ਕਰਨੀਆਂ, 6 ਪ੍ਰਕਾਰ ਦੇ ਕਰਮਾਂ ਦੇ ਵਿੱਚ ਰੰਗੇ ਰਹਿਣਾ। ਹਾਉ ਹਾਉ ਕਰਤ ਬੰਧਨ ਮਹਿ ਪਰਿਆ ਨਹਿ ਮਿਲਿਆ ਇਹ ਜੁਗਤਾ। ਇਹਨਾਂ ਨੂੰ ਕਰਕੇ ਹਉ ਹਉ ਕਰਦਾ ਹੋਇਆ ਬੰਧਨ ਚ ਪਿਆ ਹੋਇਆ, ਏਦਾਂ ਦੇ ਕਰਮ ਕਾਂਡ ਕੀਤਿਆਂ ਵੀ ਗੁਰੂ ਅਰਜਨ ਸਾਹਿਬ ਕਹਿੰਦੇ ਆ ਰੱਬ ਨਹੀਂ ਮਿਲਦਾ, ਏਦਾਂ ਦੀ ਜੁਗਤੀ ਨਾਲ ਵੀ ਪਰਮੇਸ਼ਰ ਨਹੀਂ ਮਿਲਦਾ। ਜੋਗ ਸਿੱਧ ਆਸਨ 84 ਏ ਭੀ ਕਰ ਕਰ ਰਹਿਆ। ਯੋਗੀ ਲੋਕ ਸਿੱਧ ਆਸਣ ਕਰਦੇ ਆ, 84 ਆਸਣ ਨੇ ਉਹਨਾਂ ਦੇ ਮੁਖ, ਉਹਨਾਂ 84 ਆਸਣਾਂ ਦੀ ਸਾਧਨਾ ਕਰਦੇ ਨੇ। ਕਹਿੰਦੇ ਇਹ ਵੀ ਕਰ ਕਰਕੇ ਵੇਖ ਲਏ ਯੋਗੀਆਂ ਨੇ। ਵੱਡੀ ਆਰਜਾ ਫਿਰ ਫਿਰ ਜਨਮ ਹਰ ਸਿਓ ਸੰਗ ਨਾ ਗਹਿਆ। ਲੰਮੀ ਉਮਰ ਹੋ ਗਈ, ਮੁੜ ਮੁੜ ਕੇ ਫਿਰ ਜੰਮਦੇ ਰਹੇ, ਹਰੀ ਅਕਾਲ ਪੁਰਖ ਪਰਮੇਸ਼ਰ ਦਾ ਸੰਗ ਪ੍ਰਾਪਤ ਨਹੀਂ ਹੋਇਆ। ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ। ਰਾਜਾ ਬਣ ਕੇ ਰਾਜ ਲੀਲਾ ਕੀਤੀ, ਆਪਣੇ ਅਮੋੜ ਹੁਕਮ ਕੀਤੇ ਆਪਣੀ ਪ੍ਰਜਾ ਦੇ ਉੱਤੇ। ਕਹਿੰਦੇ ਏਦਾਂ ਰਾਜ ਭਾਗ ਕੀਤਾ। ਸੇਜ ਸੋਹਣੀ ਚੰਦਨ ਚੋਆ ਨਰਕ ਘੋਰ ਕਾ ਦੁਆਰਾ। ਸੋਹਣੀਆਂ ਸੇਜਾਂ ਦੇ ਉੱਤੇ ਜਿਹਦੇ ਤੇ ਚੰਦਨ ਦਾ ਚਰਚਣ ਕੀਤਾ ਹੋਇਆ, ਉਹਦੇ ਤੇ ਸੁਖ ਮਾਣਿਆ, ਰਾਜ ਭਾਗ ਕਰਦਿਆਂ ਲੋਕਾਂ ਦੇ ਉੱਤੇ ਆਪਣੇ ਹੁਕਮ ਜਾਰੀ ਕੀਤੇ, ਫਰਮਾਨ ਜਾਰੀ ਕੀਤੇ, ਜਿਨ੍ਹਾਂ ਨਾਲ ਲੋਕਾਂ ਦੇ ਗਲੇ ਘੁੱਟੇ ਜਾਣ। ਕਹਿੰਦੇ ਇੰਨਾ ਕੁਝ ਕਰਨ ਵਾਲਿਓ ਯਾਦ ਰੱਖਿਓ, ਤੁਸੀਂ ਘੋਰ ਨਰਕਾਂ ਦੇ ਦਰਵਾਜ਼ੇ ਆਪਣੇ ਹੱਥੀਂ ਖੋਲ ਰਹੇ ਹੋ। ਨਰਕ ਘੋਰ ਕਾ ਦੁਆਰਾ, ਇਹ ਕੁਝ ਕਰਕੇ ਵੀ ਘੋਰ ਨਰਕਾਂ ਦੇ ਦਰਵਾਜ਼ੇ ਖੋਲਦੇ ਏਦਾਂ ਦੇ ਰਾਜੇ, ਜਿਹੜੇ ਜਬਰੀ ਆਪਣੇ ਨਿਯਮ ਬਣਾ ਕੇ ਲੋਕਾਂ ਤੇ ਥੋਪਦੇ ਆ। ਕਹਿੰਦੇ ਉਹ ਆਪਣੇ ਹੱਥੀਂ ਖੁਦ ਨਰਕਾਂ ਦੇ ਦਰਵਾਜ਼ੇ ਖੋਲ ਰਹੇ ਹਨ। ਹਰ ਕੀਰਤ ਸਾਧ ਸੰਗਤ ਹੈ ਸਿਰ ਕਰ ਮਨ ਕੈ ਕਰਮਾ। ਮਹਾਰਾਜ ਜੀ ਸਾਰੇ ਕਰਮ ਕਾਂਡਾਂ ਦਾ ਜ਼ਿਕਰ ਕਰਕੇ ਹੁਣ ਦੱਸਦੇ ਆ ਕਿ ਸਭ ਤੋਂ ਉੱਤਮ ਕਰਮ ਕਿਹੜਾ ਹੈ। ਮਹਾਰਾਜ ਜੀ ਕਹਿੰਦੇ ਸਾਧ ਸੰਗਤ ਵਿੱਚ ਆ ਕੇ ਹਰੀ ਦੀ ਕੀਰਤੀ ਕਰਨੀ, ਇਹ ਕਰਮ ਦੁਨੀਆ ਦੇ ਸਾਰੇ ਕਰਮਾਂ ਚੋਂ ਸ਼੍ਰੋਮਣੀ ਕਰਮ ਹੈ। ਜਿਹੜੇ ਕਰਮ ਨਾਲ ਹੁਣ ਆਪਾਂ ਸਾਰੇ ਜੁੜ ਬੈਠੇ ਆ ਨਾ ਸੰਗਤ ਵਿੱਚ, ਇਹਦੇ ਵਰਗਾ ਕਰਮ ਨਹੀਂ ਹੈ ਦੁਨੀਆ 'ਚ। ਉੱਪਰ ਸਾਰੇ ਕਰਮ ਗਿਣੇ ਆਏ ਨੇ ਨਾ ਪਿੱਛੇ। ਕਹਿੰਦੇ ਹਰੀ ਦੀ ਕੀਰਤੀ ਸਾਧ ਸੰਗਤ ਵਿੱਚ ਜੁੜ ਕੇ ਕਰਨੀ, ਇਹ ਸਾਰੇ ਕਰਮਾਂ ਚੋਂ ਸ਼੍ਰੋਮਣੀ ਕਰਮ ਹੈ। ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ। ਸਾਰੇ ਕਰਮ ਉਹਨਾਂ ਨੂੰ ਮਿਲਦਾ ਜਿਨ੍ਹਾਂ ਦੇ ਮੱਥੇ ਤੇ ਪੂਰਬਲੇ ਜਨਮਾਂ ਦੇ ਚੰਗੇ ਕਰਮ ਲਿਖੇ ਹੋਏ ਸੀ। ਚੰਗਿਆ ਭਾਗਾਂ ਵਾਲਿਆਂ ਨੂੰ ਸਾਧ ਸੰਗਤ ਦਾ ਇਹ ਫਲ ਪ੍ਰਾਪਤ ਹੁੰਦਾ ਹੈ। ਤੇਰੋ ਸੇਵਕ ਇਹ ਰੰਗ ਮਾਤਾ। ਏ ਰੱਬ ਜੀ ਮੈਂ ਤੇਰਾ ਸੇਵਕ ਹਾਂ, ਤੇਰੇ ਇਸ ਰੰਗ ਵਿੱਚ ਮਸਤ ਹਾਂ। ਭਇਓ ਕਿਰਪਾਲ ਦੀਨ ਦੁਖ ਭੰਜਨ। ਇਹਨਾਂ ਦੇ ਦੁੱਖ ਭੰਨਣ ਵਾਲੇ ਸਾਹਿਬ ਜੀ ਮੇਰੇ ਤੇ ਪ੍ਰਸੰਨ ਹੋਏ ਨੇ। ਹਰ ਹਰ ਕੀਰਤਨ ਇਹੋ ਮਨ ਰਾਤਾ ਰਹਾਉ ਦੂਜਾ। ਦੂਸਰੇ ਰਹਾਉ ਦੀਆਂ ਪੰਕਤੀਆਂ 'ਚ ਸਾਹਿਬ ਕਹਿੰਦੇ ਹਰੀ ਵਾਹਿਗੁਰੂ ਪਰਮੇਸ਼ਰ ਦੇ ਕੀਰਤਨ ਵਿੱਚ ਮੇਰਾ ਇਹ ਮਨ ਰੰਗਿਆ ਗਿਆ,
ਕਦੋਂ ਰੰਗਿਆ ਗਿਆ? ਜਦੋਂ ਮੇਰੇ ਕਿਰਪਾਲੂ ਸਾਹਿਬ ਜੀ ਮੇਰੇ ਤੇ ਕਿਰਪਾ ਦੇ ਘਰ ਵਿੱਚ ਆ ਕੇ ਕਿਰਪਾ ਕੀਤੀ। ਸਤਿਗੁਰੂ ਜੀ ਕਿਰਪਾ ਕਰਨ, ਐਸੇ ਰੰਗ ਵਿੱਚ ਸਾਡਾ ਮਨ ਰੰਗਿਆ ਜਾਏ, ਸਾਡਾ ਗਾਵਿਆ ਸੁਣਿਆ ਸਤਿਗੁਰੂ ਜੀ ਥਾਂ ਪਾ ਲੈਣ। ਗੁਰੂ ਕੀ ਬਾਣੀ ਅਗਾਧ ਬੋਧ ਹੈ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।